ਲਓ ਜੀ, ਹੁਣ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਪੁੱਛ ਲਿਓ ਕਿ ਜਿਹੜਾ 4200 ਕਰੋੜ ਦਾ ਤੁਸੀਂ ਕ੍ਰੈਡਿਟ ਲੈ ਰਹੇ ਹੋ, ਇਹ ਜਿਹੜਾ ਕ੍ਰੈਡਿਟ ਹੈ, ਇਹ ਜਿਹੜੀ ਕਿਸਾਨਾਂ ਨੂੰ ਪੈਨਲਟੀ ਪਈ ਹੈ ਤੁਹਾਡੇ ਟਾਈਮ ਸਿਰ ਉਹਨਾਂ ਕਰਜ਼ਾ ਵੀ ਨਾ ਮਾਫ ਕਰਨ ਦੀ, ਇਹ ਉਸ ਤੋਂ ਵੀ ਕਈ ਗੁਣਾ ਘੱਟ ਹੈ। ਕਿਉਂਕਿ ਤੁਸੀਂ ਵਾਅਦਾ ਕੀਤਾ ਸੀ, ਲੋਕਾਂ ਨੂੰ ਐਲਾਨ ਕਰ ਦਿੱਤਾ ਸੀ ਜਿਸ ਦਿਨ ਪਹਿਲੀ ਵਿਧਾਨ ਸਭਾ ਹੋਈ ਸੀ ਕਿ ਅੱਜ ਤੋਂ ਬਾਅਦ ਤੁਹਾਨੂੰ ਆਪਣਾ ਕਰਜ਼ਾ ਦੇਣ ਦੀ ਲੋੜ ਨਹੀਂ ਹੈ, ਤੇ ਲੋਕਾਂ ਨੇ ਕਰਜ਼ਾ ਵਾਪਸ ਨਹੀਂ ਕੀਤਾ ਸੀ। ਉਹਨਾਂ ਨੂੰ ਜਿਹੜੀ 3% ਰਿਬੇਟ ਮਿਲਣੀ ਸੀ ਟਾਈਮ ਸਿਰ ਕਰਜ਼ਾ ਵਾਪਸ ਕਰਕੇ, ਉਹ ਨਹੀਂ ਮਿਲੀ, ਔਰ 4% ਉਹਨਾਂ ਲੋਕਾਂ ਨੂੰ ਪੈਨਲਟੀ ਦੇਣੀ ਪਈ। ਉਹ ਸਾਰੀ ਕੀਮਤ ਜਿਹੜੀ ਹੈ, ਜਿੰਨਾ ਤੁਸੀਂ ਟੋਟਲ ਕਰਜ਼ੇ ਮਾਫੀ ਦਾ ਕ੍ਰੈਡਿਟ ਲੈਂਦੇ ਹੋ 4000 ਕਰੋੜ ਦਾ, ਉਸ ਤੋਂ ਜਿਹੜੀ ਆ ਉਹ ਵੱਧ ਹੈ। ਪਰ ਮੈਂ ਇਹ ਵੀ ਉਮੀਦ ਕਰਦਾ ਸੀ ਕਿ ਅੱਜ ਮੁੱਖ ਮੰਤਰੀ ਸਾਹਿਬ ਜਿਹੜੀ 2500 ਰੁਪਏ ਅਨਐਮਪਲਾਇਮੈਂਟ ਅਨਾਊਂਸ ਇਸ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ, ਅੱਜ ਉਹਦੇ ਬਾਰੇ ਕਿਉਂ ਚੁੱਪ ਹੈ? ਅੱਜ ਜਿਹੜੀ ਪੈਨਸ਼ਨ ਉਹਨਾਂ ਨੇ 2500 ਰੁਪਏ ਪਹਿਲੇ ਸਾਲ ਤੋਂ ਦੇਣ ਦੀ ਗੱਲ ਕੀਤੀ ਸੀ, ਅੱਜ ਉਹਦੇ ਬਾਰੇ ਕਿਉਂ ਚੁੱਪ ਹੈ? ਅੱਜ 51000 ਸ਼ਗਨ ਸਕੀਮ ਜਿਹੜੀ 2017 ਤੋਂ ਉਹਨਾਂ ਨੇ ਦੇਣੀ ਸੀ, ਅੱਜ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਵਿਸਤਾਰ ਦੇ ਵਿੱਚ ਨਹੀਂ ਦੱਸਿਆ। ਔਰ ਜਿਹੜਾ ਸਾਰੇ ਦਲਿਤ ਭਰਾਵਾਂ ਨੂੰ ਇੱਕ ਇੱਕ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਔਰ ਇੰਡਸਟਰੀ ਨੂੰ ਜਿਹੜੀ 5 ਰੁਪਏ ਯੂਨਿਟ ਬਿਜਲੀ ਦੇਣ ਦੀ ਗੱਲ ਕੀਤੀ ਸੀ, ਅੱਜ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਚੁੱਪ ਸੀ। ਮੈਂ ਤੁਹਾਡੇ ਰਾਹੀਂ ਫਿਰ ਜਵਾਬ ਲੈਣੇ ਚਾਹਾਂਗਾ ਕਿ ਬਹੁਤ ਕੁਝ ਇਸ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ। ਤੁਸੀਂ 85% ਕਹਿੰਦੇ ਹੋ, ਮੈਂ ਕਹਿੰਦਾ ਤੁਸੀਂ 5% ਵੀ ਸਾਬਤ ਕਰ ਦਿਓ ਤੇ ਸਾਨੂੰ ਜੋ ਕਹੋਗੇ ਅਸੀਂ ਮੰਨਣ ਵਾਸਤੇ ਤਿਆਰ। ਇੱਕ ਮੁੱਖ ਮੰਤਰੀ ਦੇ ਵਕਾਰੀ ਅਹੁਦੇ ਤੇ ਬੈਠ ਕੇ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਇਸ ਪੱਧਰ ਤੇ ਲੋਕਾਂ ਨੂੰ ਗੁੰਮਰਾਹ ਕਰਨਾ, ਇਹ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ। ਔਰ ਦੂਜੀ ਗੱਲ ਹੈ ਕਿ ਘੰਟੇ ਤੋਂ ਵੱਧ ਸਮਾਂ ਪ੍ਰੈਸ ਕਾਨਫਰੰਸ ਚੱਲੀ ਹੈ। 1/3 ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਆਬਾਦੀ ਹੈ, ਤੇ ਇੱਕ ਵੀ ਗੱਲ ਦਾ ਜ਼ਿਕਰ ਮੁੱਖ ਮੰਤਰੀ ਸਾਹਿਬ ਨੇ ਕਿ ਦਲਿਤ ਭਾਈਚਾਰੇ ਵਾਸਤੇ ਅਸੀਂ 4 ਸਾਲਾਂ ਦੇ ਵਿੱਚ ਕੀ ਕੀਤਾ, ਇੱਕ ਵੀ ਗੱਲ ਸੂਬੇ ਦੀ 1/3 ਆਬਾਦੀ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਕਿਉਂ ਨਹੀਂ ਕੀਤੀ, ਇਹ ਵੀ ਮੈਂ ਤੁਹਾਡੇ ਰਾਹੀਂ ਅੱਜ ਫਿਰ ਉਹਨਾਂ ਤੋਂ ਜਵਾਬ ਚਾਹੁੰਦਾ। ਔਰ ਦੂਜੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੀ ਹੈਲਥ ਦਾ ਤੇ ਜ਼ਿਕਰ ਕੀਤਾ, ਮੈਨੂੰ ਵੀ ਖੁਸ਼ੀ ਹੋਈ, ਮੈਂ ਉਹਨਾਂ ਦੀ ਲੰਬੀ ਉਮਰ ਵਾਸਤੇ ਕਾਮਨਾ ਕਰਦਾ। ਔਰ ਇਸ ਗੱਲ ਦੀ ਵੀ ਜਾਣ ਕੇ ਮੈਨੂੰ ਖੁਸ਼ੀ ਹੋਈ ਕਿ 10 ਕਿਲੋ ਉਹਨਾਂ ਦਾ ਭਾਰ ਘਟ ਗਿਆ, ਕਿਉਂਕਿ ਉਹਨਾਂ ਕੋਲੇ ਸਮਾਂ ਬਹੁਤ ਸੀ, ਨਾ ਦਫ਼ਤਰ ਜਾਣ ਦੀ ਲੋੜ ਪਈ 4 ਸਾਲ, ਨਾ ਸੈਕਟਰੀਏਟ ਜਾਣ ਦੀ ਲੋੜ ਪਈ, ਜਗ੍ਹਾ ਬਹੁਤ ਖੁੱਲੀ ਸੀ ਫਾਰਮ ਹਾਊਸ ਤੇ, ਇਸ ਕਰਕੇ ਉਹਦੀ ਸੁਚੱਜੀ ਵਰਤੋਂ ਉਹਨਾਂ ਨੇ ਕੀਤੀ। 10 ਕਿਲੋ ਭਾਰ ਘਟਿਆ, ਸਿਹਤ ਉਹਨਾਂ ਦੀ ਇੰਪਰੂਵ ਹੋਈ। ਮੈਂ ਅਰਦਾਸ ਵੀ ਕਰਦਾ ਕਿ ਉਹਨਾਂ ਦੀ ਸਿਹਤ ਹੋਰ ਬੈਟਰ ਹੋਵੇ, ਕਿਉਂਕਿ ਸਾਡੇ ਵੀ ਉਹ ਮੁੱਖ ਮੰਤਰੀ ਆ। ਪਰ ਸੂਬੇ ਦੀ ਜਿਹੜੀ ਹਾਲਤ ਖਰਾਬ ਹੋਈ ਹੈ, ਉਹਦਾ ਜ਼ਿਕਰ ਉਹਨਾਂ ਨੂੰ ਅੱਜ ਜ਼ਰੂਰ ਕਰਨਾ ਚਾਹੀਦਾ ਸੀ, ਕਿਉਂਕਿ ਮਨਪ੍ਰੀਤ ਬਾਦਲ ਜੀ ਤੇ ਬਜਟ ਪੇਸ਼ ਕਰਕੇ ਚਲੇ ਗਏ, ਆਪੋਜੀਸ਼ਨ ਨੂੰ ਵੈਸੇ ਬਾਹਰ ਕੱਢ ਦਿੱਤਾ ਸੀ। ਪਰ ਅੱਜ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਸੀ ਕਿ 1,38,000 ਦਾ ਇਫੈਕਟਿਵ ਬਜਟ ਪੇਸ਼ ਕੀਤਾ ਗਿਆ ਸੀ, ਕਿਉਂਕਿ 30,000 ਵੇਜ਼ ਐਂਡ ਮੀਨ ਦਾ ਇਫੈਕਟਿਵ ਬਜਟ 1,38,000 ਕਰੋੜ ਦਾ ਸੀ। ਔਰ ਕਰਜ਼ਾ ਅੱਜ ਸੂਬੇ ਦੇ ਵਿੱਚ 2,73,707 ਕਰੋੜ ਦਾ, ਬਜਟ 1,38 ਦਾ, ਕਰਜ਼ਾ 2,73 ਦਾ। ਜਿੰਨਾ ਸੂਬੇ ਦਾ ਬਜਟ ਹੈ ਉਸ ਤੋਂ ਡਬਲ ਕਰਜ਼ਾ। ਇਹ ਕਿਸ ਤਰ੍ਹਾਂ ਹੋਇਆ, ਇਹ ਵੀ ਇਹਦਾ ਵੀ ਜਿਹੜੀ ਐਕਸਪਲੇਨੇਸ਼ਨ ਹੈ ਮੁੱਖ ਮੰਤਰੀ ਸਾਹਿਬ ਨੇ ਨਹੀਂ ਦਿੱਤੀ। ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਬੜਾ ਕੁਝ ਇੰਪਰੂਵ ਕੀਤਾ, ਰੈਵਨਿਊ ਬੜਾ ਇਨਕਰੀਜ਼ ਕੀਤਾ, ਐਕਸਾਈਜ਼ ਦਾ ਰੈਵਨਿਊ ਬੜਾ ਇਨਕਰੀਜ਼ ਕੀਤਾ, ਤੇ ਇੰਨਾ ਫਰਕ ਕਿਉਂ ਹੈ ਕਿ ਜਿੰਨਾ ਤੁਹਾਡਾ ਸੂਬੇ ਦਾ ਟੋਟਲ ਬਜਟ ਹੈ ਉਸ ਤੋਂ ਡਬਲ ਇਸ ਵੇਲੇ ਪੰਜਾਬ ਦੇ ਉੱਤੇ ਕਰਜ਼ਾ। ਔਰ ਦੂਜਾ ਮੈਂ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ 1984 ਤੋਂ ਲੈ ਕੇ 2017 ਤੱਕ ਟੋਟਲ ਕਰਜ਼ਾ ਪੰਜਾਬ ਤੇ 1,72,000 ਕਰੋੜ ਆ, ਤੇ ਹੁਣੇ ਹੀ ਇਹਨਾਂ 4 ਸਾਲਾਂ ਦੇ ਵਿੱਚ 1 ਲੱਖ ਕਰੋੜ ਦਾ ਵਾਧਾ ਕਿਵੇਂ ਹੋਇਆ?
ਇਹ ਜਿਹੜਾ ਕਰਜ਼ਾ ਲਿਆ ਤੁਸੀਂ ਨਾਨ ਪ੍ਰੋਡਕਟਿਵ ਡੈਟ, ਜੇ ਤੁਹਾਡਾ ਆਪਣਾ ਰੈਵਨਿਊ ਇਨਕਰੀਜ਼ ਹੋਇਆ ਹੁੰਦਾ ਤੇ ਇਹਨਾਂ ਤੁਹਾਨੂੰ ਨਾਨ ਪ੍ਰੋਡਕਟਿਵ ਡੈਟ ਜਿਹੜਾ ਉਹ ਲੈਣ ਦੀ ਲੋੜ ਕਿਉਂ ਪਈ? ਇਸ ਗੱਲ ਦੀ ਵੀ ਐਕਸਪਲੇਨੇਸ਼ਨ ਜਿਹੜੀ ਆ ਉਹ ਸੀਐਮ ਸਾਹਿਬ ਨੂੰ ਦੇਣੀ ਚਾਹੀਦੀ, ਕਿਉਂਕਿ ਪਿਛਲੇ ਸਾਲ ਦਾ ਕੈਪੀਟਲ ਐਕਸਪੈਂਡੀਚਰ ਕੱਲਾ 6822 ਆ। ਇਹ ਬਜਟ ਡਾਕੂਮੈਂਟ ਆ, ਤੇ ਫਿਰ ਕਰਜ਼ਾ ਕਿਸ ਕੰਮ ਵਾਸਤੇ ਲਿਆ ਗਿਆ? ਇਹਦਾ ਮਤਲਬ ਕਿ ਡਿਵੈਲਪਮੈਂਟ ਦੇ ਉੱਤੇ ਤੇ ਸਿਰਫ ਐਕਸਪੈਂਡੀਚਰ 6800 ਕਰੋੜ ਦਾ ਪਿਛਲੇ ਸਾਲ ਦਾ, ਤੇ ਇਹੀ ਕੰਮ ਉਸ ਤੋਂ ਪਹਿਲੇ ਸਾਲ ਹੋਇਆ, ਕਿਉਂਕਿ ਡਿਵੈਲਪਮੈਂਟ ਦਾ ਟੋਟਲ ਬੰਦ ਪਈ ਆ। ਤੇ ਫਿਰ ਜਿਹੜਾ 1 ਲੱਖ ਕਰੋੜ ਦਾ ਕਰਜ਼ਾ ਇਹ ਸਰਕਾਰ ਨੇ ਕੱਲਾ ਇਹਨਾਂ ਸਾਲਾਂ ਦੇ ਵਿੱਚ ਚੜਾ ਦਿੱਤਾ, ਉਹ ਕਿਸ ਕੰਮ ਵਾਸਤੇ ਗਿਆ? ਉਹਦਾ ਵੀ ਜਵਾਬ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਚਾਹੀਦਾ ਸੀ, ਲੇਕਿਨ ਅਫਸੋਸ ਹੈ ਕਿ ਉਹਨਾਂ ਨੇ ਉਹ ਜਵਾਬ ਨਹੀਂ ਦਿੱਤਾ। ਔਰ ਦੂਜੀ, ਮੈਂ ਉਮੀਦ ਕਰਦਾ ਸੀ ਕਿ ਜਦੋਂ 4 ਸਾਲਾਂ ਦੀ ਕਾਰਗੁਜ਼ਾਰੀ ਮੁੱਖ ਮੰਤਰੀ ਸਾਹਿਬ ਹਿਸਾਬ ਕਿਤਾਬ ਦੇਣਗੇ ਤੇ ਉਦੋਂ ਜਿਹੜੇ ਸਕੈਂਡਲ ਹੋਏ ਆ ਉਹਨਾਂ ਦੇ ਉੱਤੇ ਵੀ ਕੁਝ ਰੋਸ਼ਨੀ ਪਾਉਣਗੇ, ਕਿਉਂਕਿ ਅਸੀਂ ਹਰ ਵਾਰੀ ਬੜੀ ਉੱਚੀ ਆਵਾਜ਼ ਦੇ ਵਿੱਚ ਡਿਮਾਂਡ ਕੀਤੀ ਹਰ ਸਕੈਂਡਲ ਤੋਂ ਬਾਅਦ ਕਿ ਇਹਦੀ ਇਨਕੁਆਇਰੀ ਹੋਏਗੀ। ਵੈਸੇ ਤਾਂ ਮੁੱਖ ਮੰਤਰੀ ਸਾਹਿਬ ਕਲੀਨ ਚਿੱਟ ਪਹਿਲੇ ਦੇ ਦਿੰਦੇ ਆ, ਪਰ ਅਸੀਂ ਆਸ ਕਰਦੇ ਸੀ ਕਿ ਜਿਹੜਾ 5600 ਕਰੋੜ ਦਾ ਰੈਵਨਿਊ ਲਾਸ ਦਾ ਝਗੜਾ ਮੁੱਖ ਸਕੱਤਰ ਦੇ ਵਿੱਚ ਤੇ ਕੈਬਨਿਟ ਮੰਤਰੀਆਂ ਦੇ ਵਿੱਚ ਪਿਆ ਸੀ, ਉਹਦੀ ਅਸਲੀਅਤ ਕੀ ਹੈ ਉਹ ਮੁੱਖ ਮੰਤਰੀ ਸਾਹਿਬ ਨੇ ਕਿਉਂ ਬਿਆਨ ਕੀਤੀ ਕਿ ਜਿਹੜਾ ਆਪਣਾ ਐਡਾ ਵੱਡਾ ਕਰਫਿਊ ਦੇ ਦੌਰਾਨ ਸ਼ਰਾਬ ਦੀ ਵਿਕਰੀ ਦੀ ਚੋਰੀ ਹੁੰਦੀ ਰਹੀ, ਡਿਸਟਿਲਰੀਆਂ ਦੇ ਵਿੱਚੋਂ ਸ਼ਰਾਬ ਜਿਹੜੀ ਹੈ ਉਹ ਡਾਇਰੈਕਟ ਬਾਹਰ ਵਿਕਦੀ ਰਹੀ, ਘਰਾਂ ਦੇ ਵਿੱਚ ਹੋਮ ਡਿਲੀਵਰੀ ਹੁੰਦੀ ਰਹੀ, ਉਹ ਪੈਸਾ ਖਜ਼ਾਨੇ ਦੇ ਵਿੱਚ ਕਿਉਂ ਨਹੀਂ ਜਮ੍ਹਾਂ ਹੋਇਆ? ਉਹਦਾ ਕੋਈ ਜਵਾਬ ਮੁੱਖ ਮੰਤਰੀ ਸਾਹਿਬ ਨੇ ਨਹੀਂ ਦਿੱਤਾ। ਜਿਹੜਾ ਪਾਵਰ ਕੰਪਨੀਆਂ ਨੇ ਸਰਕਾਰ ਦੀ ਮਿਲੀ ਭੁਗਤ ਨਾਲ ਕੇਸ ਜਿੱਤ ਕੇ 4400 ਕਰੋੜ ਰੁਪਏ ਦਾ ਘਾਟਾ ਬਿਜਲੀ ਬੋਰਡ ਨੂੰ ਪਾਇਆ, ਉਹਦਾ ਵੀ ਮੁੱਖ ਮੰਤਰੀ ਸਾਹਿਬ ਨੇ ਨਹੀਂ ਦੱਸਿਆ ਕਿ ਉਹਨਾਂ ਅਫਸਰਾਂ ਨੂੰ ਕੀ ਸਜ਼ਾ ਦਿੱਤੀ ਗਈ, ਕੀ ਰਿਸਪੌਂਸਿਬਿਲਿਟੀ ਫਿਕਸ ਕੀਤੀ ਗਈ, ਏਜੀ ਆਫਿਸ ਤੋਂ ਕੀ ਹਿਸਾਬ ਕਿਤਾਬ ਲਿਆ ਗਿਆ ਕਿ ਜਿਹੜੇ ਕੇਸ ਅਕਾਲੀ ਸਰਕਾਰ ਜਿੱਤ ਕੇ ਗਈ ਸੀ ਉਹ ਕੇਸ ਉੱਪਰਲੀਆਂ ਅਦਾਲਤਾਂ 'ਚ ਕਿਵੇਂ ਹਰੇ ਤੇ ਉਹਦੀ ਸਜ਼ਾ ਸੂਬੇ ਨੂੰ ਐਡੀ ਵੱਡੀ ਕਿਵੇਂ ਮਿਲੀ, ਇਹਦਾ ਵੀ ਕੋਈ ਜ਼ਿਕਰ ਉਹਨਾਂ ਨੇ ਨਹੀਂ ਕੀਤਾ। ਇੱਕ ਜਿਹੜੇ ਸਾਡੇ SC BC ਬੱਚਿਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ, ਉਹਦਾ 64 ਕਰੋੜ ਦਾ ਐਡੀਸ਼ਨਲ ਚੀਫ ਸੈਕਟਰੀ ਸੋਸ਼ਲ ਵੈਲਫੇਅਰ ਨੇ ਉਸ ਵੇਲੇ ਚੀਫ ਸੈਕਟਰੀ ਨੂੰ ਰਿਪੋਰਟ ਭੇਜੀ ਸੀ ਕਿ ਇਹ ਮੰਤਰੀ ਨੇ ਘਪਲਾ ਕੀਤਾ, ਤੇ ਅੱਜ ਅਸੀਂ ਚਾਹੁੰਦੇ ਸੀ ਕਿ ਦਲਿਤ ਵਿਦਿਆਰਥੀਆਂ ਦੇ ਹਿੱਤ ਵਾਸਤੇ ਮੁੱਖ ਮੰਤਰੀ ਸਾਹਿਬ ਦੱਸਦੇ ਕਿ ਇਹਦੀ ਅਸਲੀਅਤ ਕੀ ਹੈ, ਪਰ ਇੱਥੇ ਵੀ ਉਹ ਚੁੱਪ ਰਹੇ। ਜਿਹੜੀਆਂ ਜ਼ਹਿਰੀਲੀ ਸ਼ਰਾਬ ਕਰਕੇ 125 ਮੌਤਾਂ ਹੋਈਆਂ ਮਾਝੇ ਦੇ 3 ਜ਼ਿਲ੍ਹਿਆਂ ਦੇ ਵਿੱਚ, ਔਰ ਜਿਹੜੀ 3 ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਇੱਕ ਖੰਨੇ ਦੇ ਕੋਲ ਔਰ 2 ਰਾਜਪੁਰੇ ਦੇ ਕੋਲ, ਉਹਦੇ ਬਾਰੇ ਵੀ ਅੱਜ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਸੀ, ਕਿਉਂਕਿ ਪਹਿਲੀ ਵਾਰੀ ਸੂਬੇ ਦੇ ਵਿੱਚ ਹੋਇਆ ਸੀ ਕਿ ਸ਼ਰਾਬ ਦੇ ਵਿੱਚ ਨਜਾਇਜ਼ ਫੈਕਟਰੀਆਂ ਫੜੀਆਂ ਗਈਆਂ ਔਰ ਕਾਂਗਰਸ ਐਮਐਲਏਆਂ ਦੇ ਉਹਦੇ 'ਚ ਨਾਮ ਆਏ, ਔਰ ਉਹ 'ਚ ਕੀ ਫਾਲੋਅਪ ਐਕਸ਼ਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹਦਾ ਕੋਈ ਜ਼ਿਕਰ ਨਹੀਂ। ਰਾਸ਼ਨ ਦਾ ਸਕੈਮ ਜਦੋਂ ਕਰਫਿਊ ਲੱਗਿਆ ਸੀ ਲਾਕਡਾਊਨ ਦੇ ਦੌਰਾਨ, ਉਹਦਾ ਵੀ ਕੋਈ ਜ਼ਿਕਰ ਜਿਹੜਾ ਕਿਸੇ ਤਰੀਕੇ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਨਹੀਂ ਕੀਤਾ। ਇੱਕ ਉਹਨਾਂ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਸਰਕਾਰ ਵੇਲੇ ਜਿਹੜਾ ਰੇਤਾ ਤੋਂ ਸੈਂਡ ਤੋਂ ਰੈਵਨਿਊ ਆਉਂਦਾ ਸੀ 35 ਕਰੋੜ ਆ ਤੇ ਹੁਣ 350 ਕਰੋੜ ਆ। ਵੈਸੇ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਕੁਝ ਪੱਤਰਕਾਰ ਵੀਰਾਂ ਨੇ ਉੱਥੇ ਪੁੱਛਿਆ ਸੀ ਕਿ 350 ਕਰੋੜ ਜਮ੍ਹਾਂ ਤਾਂ ਹੋਇਆ ਨਹੀਂ, ਗਿਆ ਕਿੱਥੇ? ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਅਕਾਲੀ ਸਰਕਾਰ ਵੇਲੇ ਪਾਲਿਸੀ ਸੀ ਉਹ ਰੇਤਾ ਤੋਂ ਰੈਵਨਿਊ ਲੈਣ ਵਾਸਤੇ ਨਹੀਂ ਸੀ, ਪਬਲਿਕ ਨੂੰ ਰੇਤਾ ਸਸਤਾ ਦੇਣ ਵਾਸਤੇ ਰਿਵਰਸ ਬਿਡਿੰਗ ਹੁੰਦੀ ਸੀ। ਰਿਵਰਸ ਬਿਡਿੰਗ ਦਾ ਮਤਲਬ ਹੈ ਕਿ ਰੇਤਾ ਦਾ ਰੇਟ ਤੈਅ ਕਰ ਦਿੱਤਾ ਗਿਆ ਸੀ ਕਿ ਇਦੋਂ ਵੱਧ ਬਾਜ਼ਾਰ 'ਚ ਨਹੀਂ ਵਿਕ ਸਕਦੀ, ਤੇ ਫਿਰ ਠੇਕੇਦਾਰ ਨੂੰ ਕਿਹਾ ਸੀ ਕਿ ਤੈਨੂੰ ਕਿੰਨੇ ਘੱਟ ਤੋਂ ਘੱਟ ਵਾਰਾ ਖਾਂਦੀ ਆ। ਸਰਕਾਰ ਨੇ ਆਪਣਾ ਰੈਵਨਿਊ ਲੋਕਾਂ ਨੂੰ ਛੱਡ ਦਿੱਤਾ ਸੀ ਕਿ ਰੇਟ ਇਸ ਤੋਂ ਵੱਧ ਰੇਟ ਤੋਂ ਨਹੀਂ ਜਾਣੀ ਚਾਹੀਦੀ, ਉਹਨੂੰ ਰਿਵਰਸ ਬਿਡਿੰਗ ਕਹਿੰਦੇ ਆ। ਤੇ ਤੁਸੀਂ ਆ ਕੇ ਕੰਪੀਟੀਟਿਵ ਬਿਡਿੰਗ ਕੀਤੀ ਸੀ ਉਸ ਪਾਲਿਸੀ ਨੂੰ ਬੰਦ ਕਰਕੇ, ਤੇ 1100 ਕਰੋੜ ਤੋਂ ਵੱਧ ਦਾ ਤੁਸੀਂ ਐਨੂਅਲ ਰੈਵਨਿਊ ਉਸ ਵੇਲੇ ਵਿੱਤ ਮੰਤਰੀ ਸਾਹਿਬ ਨੇ ਕਲੇਮ ਕੀਤਾ ਸੀ। ਇੱਕ ਤਾਂ 1100 ਕਰੋੜ ਤੋਂ 350 ਤੇ ਆ ਗਏ, ਤੇ 350 ਚੋਂ ਫੇਰ ਨਹੀਂ ਦੱਸਿਆ ਕਿ ਆ ਪਿਛਲੇ ਕਰਫਿਊ ਦੇ ਵਿੱਚ ਕਿੰਨੀ ਉਹਨਾਂ ਨੂੰ ਰਿਆਇਤ ਦਿੱਤੀ ਗਈ, ਇਹਦਾ ਜ਼ਿਕਰ ਵੀ ਮੁੱਖ ਮੰਤਰੀ ਸਾਹਿਬ ਨੇ ਨਹੀਂ ਕੀਤਾ।
ਤੇ ਰੇਟਾਂ ਦੇ ਰੇਟ ਕਿੰਨੇ ਵੱਧ ਗਏ, ਉਹਦਾ ਪਬਲਿਕ ਨੂੰ ਕਿੰਨਾ ਨੁਕਸਾਨ ਹੋਇਆ, ਇਹਦਾ ਵੀ ਜ਼ਿਕਰ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਕੀਤਾ। ਇਸ ਕਰਕੇ ਮੈਂ ਉਮੀਦ ਕਰਦਾ ਸੀ ਕਿ ਇਹਦਾ ਵੀ ਜ਼ਿਕਰ ਮੁੱਖ ਮੰਤਰੀ ਅਗਰ ਕਰਦੇ ਤੇ ਉਹਦੇ ਨਾਲ ਲੋਕਾਂ ਦੀ ਸੰਤੁਸ਼ਟੀ ਜਿਹੜੀ ਸੀ ਉਹ ਜ਼ਿਆਦਾ ਹੋ ਸਕਦੀ ਸੀ। ਇਹ ਕੁਝ ਭਖਵੇਂ ਮੁੱਦੇ ਸੀ ਇਸ ਵੇਲੇ ਕਿਸਾਨੀ ਦੇ ਨਾਲ ਸੰਬੰਧਿਤ ਕਿ FCI ਨੇ ਜਿਹੜੀਆਂ ਚਿੱਠੀਆਂ ਨਵੀਆਂ ਲਿਖੀਆਂ ਕਿ ਕਿਸਾਨਾਂ ਨੂੰ ਪੇਮੈਂਟ ਦੇਣ ਵਾਸਤੇ ਉਹਨਾਂ ਦੇ ਖਾਤੇ ਦੇ ਵਿੱਚ ਉਹਨਾਂ ਦਾ ਰੈਵਨਿਊ ਰਿਕਾਰਡ ਜਿਹੜਾ ਉਹ ਪਹਿਲਾਂ ਜਿਹੜਾ ਉਹ ਦੇਣਾ ਪਏਗਾ। ਇਹ ਚਿੱਠੀ ਪਹਿਲਾਂ ਪਿਛਲੇ ਸਾਲ ਆਈ ਸੀ ਤੇ ਸਰਕਾਰ ਨੇ ਗੁਪਤ ਰੱਖੀ, ਸਮਝੌਤਾ ਕੀਤਾ FCI ਦੇ ਨਾਲ ਕਿ ਹਾਲੇ ਇਸ ਵਾਰੀ ਕੋਵਿਡ ਕਰਕੇ ਅਸੀਂ ਨਹੀਂ ਦੇ ਸਕਦੇ, ਅਗਲੀ ਵਾਰੀ ਦੇ ਦਿਆਂਗੇ। ਉਹ ਚਿੱਠੀਆਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਉਹ ਸਾਡੇ ਕੋਲ ਹੈ, ਅੱਗੇ ਮੀਡੀਆ ਦੇ ਵਿੱਚ ਪੇਸ਼ ਵੀ ਅਸੀਂ ਕੀਤੀਆਂ ਤੇ ਮੁੱਖ ਮੰਤਰੀ ਸਾਹਿਬ ਨੂੰ ਇਹਦੀ ਅਸਲੀਅਤ ਦੱਸਣੀ ਚਾਹੀਦੀ ਸੀ ਕਿ ਤੁਸੀਂ ਅੰਦਰ ਖਾਤੇ ਜਿਵੇਂ ਤਿੰਨੇ ਕਾਲੇ ਕਾਨੂੰਨਾਂ ਨੂੰ ਸਹਿਮਤੀ ਦਿੱਤੀ ਸੀ ਹਾਈ ਪਾਵਰਡ ਕਮੇਟੀ ਦੇ ਵਿੱਚ ਤੇ ਐਵੇਂ ਹੀ ਤੁਸੀਂ FCI ਨੂੰ ਸਹਿਮਤੀ ਦਿੱਤੀ ਹੋਈ ਹੈ ਕਿ ਅਸੀਂ ਕਿਸਾਨਾਂ ਦੇ ਜ਼ਮੀਨ ਦੇ ਰਿਕਾਰਡ ਫਰਦਾਂ ਤੁਹਾਨੂੰ ਦੇ ਦਿਆਂਗੇ। ਅੱਜ ਮੁੱਖ ਮੰਤਰੀ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿ ਇਹ ਕਿਵੇਂ ਹੋਇਆ ਔਰ ਇਹਦੇ ਵਾਸਤੇ ਉਹਨਾਂ ਨੇ ਹੁਣ ਤੱਕ ਕੀ ਕੀਤਾ। ਇਹ ਆਉਣ ਵਾਲੀ ਜਿਹੜੀ ਪ੍ਰੋਕਿਊਰਮੈਂਟ ਹੈ ਕਣਕ ਦੀ ਉਹਨੂੰ ਇਫੈਕਟ ਕਰੇਗੀ। ਇੱਕ ਅੱਜ ਖਬਰ ਸੀ ਸਵੇਰੇ ਅਖਬਾਰਾਂ ਦੇ ਵਿੱਚ ਕਿ FCI ਨੇ ਹੋਰ ਜਿਹੜੇ ਅੱਗੋਂ ਰੂਲਸ ਹੈ ਉਹ ਟਾਈਟ ਕਰ ਦਿੱਤੇ, ਪ੍ਰੋਕਿਊਰਮੈਂਟ ਦੇ ਜਿਹੜੇ ਨਾਰਮ ਹੈ ਉਹ ਜ਼ਿਆਦਾ ਸਖਤ ਕਰ ਦਿੱਤੇ ਆ। ਜਿਹੜੀ ਮਾਇਸਚਰ ਦੀ ਰਿਲੈਕਸੇਸ਼ਨ ਅੱਗੇ 14% ਤੱਕ ਸੀ ਉਹ ਵੀ 12% ਤੱਕ ਜਿਹੜੀ ਹੈ ਕਿਹਾ। ਹੋਰ ਵੀ ਚੀਜ਼ਾਂ ਦੇ ਵਿੱਚ ਕਾਫੀ ਜਿਹੜੀ ਹੈ ਉਹ ਸਕੰਜਾ ਕੱਸਿਆ, ਜਿਹਦੇ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਬੇਈਮਾਨ ਹੋ ਰਹੀ ਹੈ ਜਿਹੜੀ ਕਣਕ ਦੀ ਪਰਚੇਜ਼ ਤੋਂ, ਤੇ ਸਾਡੀ ਕਣਕ ਦੀ ਫਸਲ ਆਉਣ ਵਾਲੀ ਹੈ। ਮੈਂ ਸਮਝਦਾ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਇਸ਼ੂ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਤੋਂ ਜਿਹੜਾ ਅੱਜ ਅਸੀਂ ਸੁਣਨਾ ਚਾਹੁੰਦੇ ਸੀ, ਪਰ ਮੁੱਖ ਮੰਤਰੀ ਸਾਹਿਬ ਨੇ ਇਹਦੇ ਉੱਤੇ ਵੀ ਆਪਣੀ ਚੁੱਪੇ ਕਿਉਂ ਵੱਟੀ ਹੈ। ਹੁਣ ਅੰਦਰ ਖਾਤੇ ਕੋਈ ਕੀ ਸਮਝੌਤਾ ਹੋਇਆ ਕੇਂਦਰ ਸਰਕਾਰ ਨਾਲ, ਇਹ ਵੀ ਉਹਨਾਂ ਨੂੰ ਦੱਸਣਾ ਚਾਹੀਦਾ। ਮੈਂ ਸਾਰੀ ਗੱਲ ਤੇ ਦੇਖ ਰਿਹਾ ਸੀ ਕਿ ਦੋ ਗੱਲਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਪ੍ਰਾਪਤੀ ਦੇ ਤੌਰ ਤੇ ਸ਼ੋਅ ਕੀਤੀਆਂ ਵੀ ਕਰਫਿਊ ਦਾ ਟਾਈਮ 11 ਤੋਂ 9 ਵਜੇ ਤੱਕ ਕਰ ਦਿੱਤਾ ਗਿਆ। ਇਹ ਦੱਸੋ ਸੂਬੇ ਦੀ ਪ੍ਰਾਪਤੀ ਹੈ। ਦੂਜਾ ਦੱਸ ਰਹੇ ਸੀ ਕਿ ਡਰੋਨ ਲਗਾਤਾਰ ਆ ਰਹੇ ਆ ਵੀ ਜਿਵੇਂ ਨਸ਼ੇੜੀਆਂ ਨੂੰ ਨਿਸ਼ਚਿੰਤ ਕਰਨਾ ਵੀ ਫਿਕਰ ਨਾ ਕਰੋ, ਕਹਿੰਦੇ ਉਹ 'ਚ ਪਿਸਟਲ ਵੀ ਆਉਂਦੇ ਆ, ਉਹਦੇ 'ਚ ਗ੍ਰਨੇਡ ਵੀ ਆਉਂਦੇ ਆ, ਉਹਦੇ 'ਚ ਨਸ਼ਾ ਵੀ ਆਉਂਦਾ, ਬਾਕੀ ਸਾਰੀਆਂ ਚੀਜ਼ਾਂ ਆਉਂਦੀਆਂ ਵੀ ਬੜੀ ਰੈਗੂਲਰ ਸਪਲਾਈ ਆ ਰਹੀ ਆ। ਲਗਾਤਾਰ ਡਰੋਨ ਜਿਹੜੇ ਸੂਬੇ 'ਚ ਆ ਰਹੇ ਤੇ ਇਹ ਕਮਜ਼ੋਰੀ ਕਿਹਦੀ ਆ, ਕਿਉਂ ਆ ਰਿਹਾ? ਲਾਅ ਐਂਡ ਆਰਡਰ ਜਿਹੜੀ ਸੂਬੇ ਦੀ ਆ ਉਹਦੀ ਇਹ ਹਾਲਤ ਕਿਉਂ ਹੈ ਕਿ ਹਰ ਰੋਜ਼ ਤੁਸੀਂ ਆਪ ਮੰਨ ਰਹੇ ਹੋ ਕਿ ਡਰੱਗਸ ਦੀ ਸਪਲਾਈ ਰੈਗੂਲਰ ਆ ਰਹੀ ਆ, ਹੁਣ ਡਰੋਨ ਦੇ ਰਸਤੇ ਆ ਰਹੀ ਆ ਤੇ ਉਹਦਾ ਕਹਿੰਦੇ ਮੈਂ ਜਿਹੜੀ ਸਹੁੰ ਚੁੱਕੀ ਸੀ ਉਹ ਮੈਂ ਨਸ਼ਿਆਂ ਦੀ ਉਹ ਪੂਰੀ ਕਰ ਦਿੱਤੀ। ਇੱਕ ਪਾਸੇ ਤੇ ਡਰੋਨ ਜਿਹੜੇ ਆ ਰਹੇ ਆ ਰੋਜ਼ ਦਿਹਾੜੀ, ਉਹਨੂੰ ਤੁਸੀਂ ਪ੍ਰਾਪਤੀ ਦੱਸ ਰਹੇ, ਔਰ ਦੂਸਰੀ ਪ੍ਰਾਪਤੀ ਕੀ ਹੈ ਕਿ ਕਰੋਨਾ ਬਹੁਤ ਵੱਧ ਗਿਆ। ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਜੀ? ਜਦੋਂ ਸੂਬੇ ਦੇ ਵਿੱਚ ਇਲੈਕਸ਼ਨਾਂ ਕਰਾਈਆਂ ਸੀ ਲੋਕਲ ਗਵਰਨਮੈਂਟ ਦੀਆਂ, ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਪਹਿਲਾਂ ਦੇਖ ਲਓ ਕਿ ਇੱਕ ਵਾਰੀ ਪੂਰੀ ਤਰ੍ਹਾਂ ਖਤਮ ਹੋ ਲੈਣ ਦਿਓ, ਤੇ ਉਦੋਂ ਤੁਹਾਨੂੰ ਕਾਹਲੀ ਸੀ ਕਿ ਅਸੀਂ ਹੁਣ ਕਬਜ਼ੇ ਕਰਨੇ ਆ ਕਮੇਟੀਆਂ ਦੇ ਉੱਤੇ ਜ਼ਬਰਦਸਤੀ ਜ਼ਬਰ ਜ਼ੁਲਮ ਕਰਕੇ, ਤੇ ਤੁਸੀਂ ਸਾਰੇ ਨਾਰਮ ਉਦੋਂ ਤੁੜਵਾ ਦਿੱਤੇ ਤੇ ਉਦੋਂ ਇਲੈਕਸ਼ਨ ਧੱਕੇ ਨਾਲ ਅਨਾਉਂਸ ਕਰ ਦਿੱਤੀ। ਕਿਸਾਨ ਅੰਦੋਲਨ ਵੀ ਚੱਲ ਰਿਹਾ ਸੀ, ਕਿਸਾਨ ਵੀ ਕਹਿ ਰਹੇ ਸੀ ਕਿ ਹਾਲੇ ਸਾਡਾ ਕੰਮ ਇਫੈਕਟ ਹੋਏਗਾ ਅੰਦੋਲਨ ਦਾ ਤੇ ਤੁਸੀਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨਾਂ ਨਾ ਕਰਾਓ। ਉਦੋਂ ਤੁਹਾਨੂੰ ਇਲੈਕਸ਼ਨਾਂ ਚੜੀਆਂ ਸੀ ਕਿ ਅਸੀਂ ਡੰਡੇ ਦੇ ਨਾਲ ਜਿੱਤਣੀਆਂ ਨੇ, ਬਾਅਦ ਦੇ ਵਿੱਚ ਸਾਡਾ ਦਾ ਨਹੀਂ ਲੱਗਣਾ, ਤੇ ਅੱਜ ਤੁਸੀਂ ਜਿਹੜੇ ਆ ਸੂਬੇ ਦੇ ਵਿੱਚ ਹੁਣ ਕਹਿੰਦੇ ਕਿ ਕਰੋਨਾ ਵੱਧ ਗਿਆ। ਮੈਂ ਪੁੱਛਣਾ ਚਾਹੁੰਦਾ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਕਿਉਂ ਨਹੀਂ ਦੱਸਿਆ ਕਿ ਮੈਂ ਸੂਬੇ ਦੀ ਮੌਤ ਦਰ ਨੂੰ ਕੰਟਰੋਲ ਕਰਨ ਵਾਸਤੇ ਆਹ ਸਟੈਪਸ ਲਏ? ਉਹਦੇ ਤੇ ਕੋਈ ਐਕਸਪਲੇਨੇਸ਼ਨ ਨਹੀਂ। ਮੈਂ ਹੈਰਾਨ ਹੁੰਦਾ ਕਿ ਕਰੋਨਾ ਦੇ ਉੱਤੇ ਬੜੀਆਂ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਸਾਹਿਬ ਦੀਆਂ ਹੁੰਦੀਆਂ। ਅੰਮ੍ਰਿਤਸਰ ਦੇ ਵਿੱਚ CMO ਦੀ ਡੈਥ ਜਿਹੜੀ ਸ਼ਰਮਾ ਸਾਹਿਬ ਦੀ ਕਰੋਨਾ ਕਰਕੇ ਹੋਈ, ਉਹ ਬੜੀ ਇਮਾਨਦਾਰੀ ਨਾਲ ਡਿਊਟੀ ਕਰਦੇ ਸੀ, ਉਸ ਵੇਲੇ ਉਹ ਕਰੋਨਾ ਗ੍ਰਸਤ ਹੋ ਗਏ, ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੀ ਵਾਈਫ ਨੂੰ ਕੁਝ ਮਹੀਨੇ ਬਾਅਦ ਸੁਸਾਈਡ ਕਰਨਾ ਪਿਆ, ਉਹ ਵੀ ਡਾਕਟਰ ਸੀ, ਕਿਉਂਕਿ ਸੂਬੇ ਦੀ ਸਰਕਾਰ ਨੇ ਜਿਹੜੇ ਉਹਨਾਂ ਦੇ ਡਿਊ ਸੀ ਉਹ ਨਹੀਂ ਦਿੱਤੇ।